ਰੀਤਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਆਪ ਨੜੈ ਗਿਰੀਵਾਨ ਮੈਂ, ਸਿਰ ਨੀਮਾ ਕਰ ਦੇਖ। ਕਬੀਰ ਲੁੱਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਫਿਰ ਪਾਛੈ ਪਛਤਾਓਗੇ, ਪ੍ਰਾਣ ਜਾਹੇਂਗੇ ਛੂਟ। ਫਿਰ ਪਾਛੈ ਪਛਤਾਓਗੇ, ਪ੍ਰਾਣ ਜਾਹੇਂਗੇ ਛੂਟ। ਬਾਰ ਜਾਓ ਗੁਰ ਆਪਣੇ ਊਪਰ, ਜਿਨ ਹਰ ਹਰ ਨਾਮ ਦ੍ਰਿੜਾਇਆ। ਮਹਾ ਉਦਿਆਨ ਅੰਧਕਾਰ ਮੈਂ, ਜਿਨ ਸੀਧਾ ਮਾਰਗ ਦਿਖਾਇਆ। ਬਾਰ ਜਾਓ ਗੁਰ ਆਪਣੇ ਊਪਰ, ਜਿਨ ਹਰ ਹਰ ਨਾਮ ਦ੍ਰਿੜਾਇਆ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਅਦਬ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਬਚਨ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਰਾਗ ਧਨਾਸਰੀ ਦੇ ਵਿੱਚ 671 ਅੰਗ ਤੋਂ ਆਰੰਭ ਹੋ ਕੇ 672 ਅੰਗ ਤੇ ਸੰਪੂਰਨ ਹੋ ਜਾਂਦਾ ਹੈ। ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਰਦਾਸ ਦੀ ਅਹਿਮੀਅਤ ਬਾਰੇ ਦੱਸਿਆ ਹੈ ਕਿ ਪਰਮਾਤਮਾ ਦੇ ਪਾਸ ਜੇ ਕੋਈ ਚੀਜ਼ ਪਹੁੰਚ ਸਕਦੀ ਆ ਜਾਂ ਮੰਨੀ ਜਾਂਦੀ ਆ, ਉਹ ਸੱਚੇ ਦਿਲੋਂ ਕੀਤੀ ਹੋਈ ਦੁਆ ਹੈ, ਅਰਦਾਸ ਹੈ। ਹੋਰ ਯਤਨ ਭਾਵੇਂ ਜਿੰਨੇ ਮਰਜ਼ੀ ਕਰ ਲਈਏ, ਉਹਨਾਂ ਦੀ ਇੱਕ ਤਿਲ ਜਿੰਨੀ ਕੀਮਤ ਵੀ ਨਹੀਂ ਪੈਂਦੀ। ਸਿਰਫ ਇੱਕੋ ਇੱਕ ਅਰਦਾਸ ਆ ਜਿਹੜੀ ਜਿੰਦ ਦੀ ਉਹ ਵਾਹਿਗੁਰੂ ਅੱਗੇ, ਪਰਮਾਤਮਾ ਅੱਗੇ ਸੁਣੀ ਜਾਂਦੀ ਆ। ਕੋਈ ਹੋਰ ਹੁਕਮ ਦੇ ਨਾਲ, ਕਰਮ ਕਾਂਡ ਦੇ ਨਾਲ ਉਹ ਭਤੀਜਦਾ ਨਹੀਂ ਪਰਮੇਸ਼ਰ। ਇਹਨਾਂ ਸਭ ਚੀਜ਼ਾਂ ਦੀ ਕੀਮਤ ਇੱਕ ਤਿਲ ਤੋਂ ਵੀ ਵੱਧ ਨਹੀਂ ਹੋ ਸਕਦੀ। ਇੰਨੀ ਤਿਲ ਜਿੰਨੀ ਕੀਮਤ ਵੀ ਨਹੀਂ ਪੈਂਦੀ ਅਰਦਾਸ ਤੋਂ ਬਿਨਾਂ ਕੀਤੇ ਹੋਏ ਹੋਰ ਕਰਮ ਜੋ ਦੁਨੀਆ ਦੇ ਲੋਕ ਕਰਦੇ ਆ। ਉਹਦੇ ਬਾਰੇ ਗੁਰੂ ਸਾਹਿਬ ਜੀ ਨੇ ਦੱਸਿਆ, ਜਾਂ ਹਰ ਬੰਦੇ ਕੋਲ ਤਨ ਤਾਂ ਹੁੰਦਾ ਹੀ ਆ, ਆਈ ਤਾਂ ਉਹ ਦੁਨੀਆ 'ਤੇ ਆਉਂਦਾ। ਮਨ ਵੀ ਹੁੰਦਾ, ਪੈਸੇ ਵੀ ਹੁੰਦੇ ਆ, ਕਿਸੇ ਕੋਲ ਥੋੜ੍ਹੇ ਕਿਸੇ ਕੋਲ ਬਾਹਲੇ। ਇਹ ਸਭ ਕੁਝ ਉਸੇ ਦਾ ਹੀ ਆ, ਅਤੇ ਉਹੀ ਸਭ ਤੋਂ ਸੁਜਾਨ, ਉਹੀ ਸਭ ਤੋਂ ਸਿਆਣਾ, ਉਹੀ ਦੁੱਖ ਤੇ ਸੁੱਖ ਸੁਣਨ ਵਾਲਾ,
ਉਹਦੇ ਨਾਲ ਜੁੜ ਕੇ ਹੀ ਜ਼ਿੰਦਗੀ ਦੇ ਅਰਥ ਬਦਲਦੇ ਆ। ਕੁਝ ਖੱਟ ਸਕਦੇ ਆ ਜ਼ਿੰਦਗੀ 'ਚੋਂ। ਅੰਮ੍ਰਿਤ ਨਾਮ ਜਿਹੜਾ ਹੀਰੇ ਤੋਂ ਘੱਟ ਨਹੀਂ ਹੈ। ਗੁਰੂ ਦੁਆਰਾ ਜਿਹਦੀ ਪ੍ਰਾਪਤੀ ਹੁੰਦੀ ਆ, ਜਦੋਂ ਪ੍ਰਾਪਤੀ ਹੁੰਦੀ ਆ ਬੰਦਾ ਡੋਲ ਨਹੀਂ ਸਕਦਾ, ਉਹ ਪੂਰਨ ਹੋ ਜਾਂਦਾ, ਅਧੂਰੇ ਤੋਂ ਉਹਨੂੰ ਰੱਜ ਆ ਜਾਂਦਾ, ਸੰਤੋਖ ਦੀ ਪ੍ਰਾਪਤੀ ਹੁੰਦੀ ਹੈ। ਤੇਰ ਮੇਰ ਬੰਦੇ ਦੀ ਮੁੱਕਦੀ ਆ ਸੰਗਤ ਕਰਨ ਨਾਲ। ਜਿਹੜੀਆਂ ਲੜਾਈਆਂ ਛੋਟੀਆਂ ਛੋਟੀਆਂ ਨੇ, ਓਏ ਜੋ ਬੀਚ ਹਮ ਤੁਮ ਕਛ ਹੋਤੇ, ਉਹ ਗਵਾਚ ਜਾਂਦੀਆਂ ਨੇ। ਤੇਰ ਮੇਰ ਪਤਾ ਲੱਗ ਜਾਂਦਾ ਉਹਨੂੰ ਕਿ ਸੋਨਾ ਸੋਨੇ ਤੋਂ ਬਣੇ ਗਹਿਣੇ ਤੇ ਸੋਨੇ ਦੀ ਢੇਲੀ ਇੱਕ ਹੀ ਚੀਜ਼ ਆ, ਫਰਕ ਕੋਈ ਨਹੀਂ ਇਹਨਾਂ 'ਚ। ਜੋਤ ਉਹਦੇ ਅੰਦਰ ਪ੍ਰਗਟ ਹੁੰਦੀ ਆ। ਬਾਣੀ ਪੜ੍ਹਦਿਆਂ ਰਸ ਆਉਂਦਾ ਉਸ ਗੁਰਸਿੱਖ ਨੂੰ। ਨੇਚਲ ਘਰ ਦੇ ਵਿੱਚ ਟਿਕਾਣਾ ਹੋ ਜਾਂਦਾ। ਐਰਨ ਵਰਗੀ ਮੱਤ ਹੋ ਜਾਂਦੀ ਆ। ਜੀਤੇ ਗਿਆਨ ਦਾ ਹਥੌੜਾ ਵੱਜਦਾ, ਗੁਰੂ ਐਸਾ ਜੀਵਨ ਬਣਾ ਦਿੰਦਾ। ਫਿਰ ਸਜਦਾ ਹੀ ਕਰਨਾ ਪੈਂਦਾ ਸਿੱਖ ਨੂੰ। ਉਹ ਆਪਦੇ ਗੁਰੂ ਜੈਸਾ ਹੀ ਹੋ ਜਾਂਦਾ। ਇਹ ਹੁਕਮਨਾਮੇ ਵਿੱਚ ਹੈ ਜੋ ਗੁਰੂ ਸਾਹਿਬ ਜੀ ਨੇ ਦੱਸਿਆ ਹੈ। ਇਹ ਅੱਖਰੀ ਅਰਥ ਨੇ। ਆਓ ਆਪਾਂ ਇਹਦੇ ਭਾਵ ਅਰਥ ਜਿਹੜੇ ਆ ਸਮਝੀਏ। ਬਹੁਤ ਹੀ ਪਿਆਰਾ ਹੁਕਮਨਾਮਾ, ਬਹੁਤ ਵਾਰ ਆਪਾਂ ਸਰਵਣ ਕਰ ਚੁੱਕੇ ਹਾਂ ਪਹਿਲਾਂ ਵੀ ਦੀਵਾਨਾਂ ਵਿੱਚ। ਪਰ ਮਨ ਜਿਹੜਾ ਹੈ ਉਹਨੂੰ ਵਾਰ-ਵਾਰ ਇਹ ਬਾਣੀ ਦੀ ਲੋੜ ਪੈਂਦੀ ਆ, ਕਿਉਂਕਿ ਵਾਰ-ਵਾਰ ਅਸੀਂ ਗਲਤੀਆਂ ਕਰਦੇ ਹਾਂ। ਇਸ ਕਰਕੇ ਹਰ ਵਾਰ ਹੁਕਮਨਾਮੇ 'ਚੋਂ ਨਵੀਂ ਗੱਲ ਸਿੱਖਣ ਨੂੰ ਮਿਲੀ ਆ, ਮਿਲਦੀ ਹੈ, ਮਿਲਦੀ ਰਹੇਗੀ। ਧਨਾਸਰੀ ਮਹੱਲਾ ਪੰਜਵਾ। ਰਾਗ ਹੈ ਧਨਾਸਰੀ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਇਹ ਬਚਨ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਸੁਗੜ ਸੁਜਾਨੀ ਦੇ ਅਰਥ ਹੁੰਦੇ ਆ ਬਹੁਤ ਸਿਆਣਾ, ਸੂਝਵਾਨ, ਬਹੁਤ ਹੀ ਸਮਝਦਾਰ, ਭੱਦਰ ਪੁਰਸ਼, ਬਹੁਤ ਹੀ ਉੱਚੀ ਸੋਚ ਵਾਲਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹਦਾ ਇਹ ਤਨ ਆ ਦਿੱਤਾ ਹੋਇਆ ਸਾਨੂੰ, ਜਿਹਦਾ ਇਹ ਮਨ ਆ ਦਿੱਤਾ ਹੋਇਆ ਸਾਨੂੰ, ਜਿਹਦਾ ਇਹ ਧਨ ਆ, ਇਹ ਤਨ ਨਾ ਦਿੰਦਾ ਪੈਸੇ ਕਿਵੇਂ ਕਮਾਉਂਦੇ, ਸਰੀਰ ਨਾ ਦਿੰਦਾ ਕਿਸ ਤਰ੍ਹਾਂ ਫਿਰ ਇਹ ਵਪਾਰ ਕਿਵੇਂ ਕਰਦੇ ਜਾਂ ਕੋਈ ਕਿਰਤ ਕਿਵੇਂ ਕਰਦੇ। ਤਨ ਮਨ ਧਨ ਸਭ ਤਿਸ ਕਾ, ਇਹ ਸਾਰਾ ਉਹਦਾ ਹੀ ਆ। ਸਰੀਰ ਵੀ ਤੇਰਾ, ਮਨ ਵੀ ਤੇਰਾ ਤੇ ਧਨ ਵੀ ਤੇਰਾ, ਪੈਸੇ ਵੀ ਤੇਰੇ, ਮਾਇਆ ਵੀ ਤੇਰੀ ਹੀ ਹੈ ਬਖਸ਼ੀ ਹੋਈ। ਤੂੰ ਬਹੁਤ ਸਿਆਣਾ ਹੈ, ਬਹੁਤ ਸੁਜਾਨ ਹੈ, ਬਹੁਤ ਬਜ਼ੁਰਗ ਹੈ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਤੈਨੂੰ ਕੋਈ ਵੀ ਐਬ ਨਹੀਂ ਹੈਗਾ। ਤੂੰ ਬਹੁਤ ਸੁਘੜ ਆ, ਤੂੰ ਬਹੁਤ ਸਿਆਣਾ, ਬਹੁਤ ਸੁਜਾਨ, ਬੜਾ ਸਮਝਦਾਰ ਹੈ ਵਾਹਿਗੁਰੂ। ਤੈਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੈਨ ਹੀ ਸੁਣਿਆ ਦੁੱਖ ਸੁੱਖ ਮੇਰਾ। ਤੋ ਵਿਦ ਨੀਕੀ ਖਟਾਨੀ। ਹੁਣ ਮੈਂ ਜਦੋਂ ਤੋਂ ਜਨਮ ਲਿਆ, ਸੁੱਖ ਵੀ ਮੇਰੇ ਕੋਲ ਆਏ ਆ, ਦੁੱਖ ਵੀ ਝੱਲਣੇ ਪਏ, ਸੰਜੋਗ ਵੀ ਹੋਇਆ ਸਰੀਰਾਂ ਨਾਲ, ਵਿਜੋਗ ਵੀ ਹੋਇਆ। ਕੁਝ ਲੋਕ ਐਸੇ ਮਿਲੇ, ਮਿਲਣ ਤੋਂ ਬਾਅਦ ਵਿਛੜ ਗਏ, ਚਲੇ ਗਏ, ਬਹੁਤ ਕੁਝ ਵਾਪਰਿਆ। ਹੁਣ ਇਹ ਮੈਂ ਕਿਹਦੇ ਅੱਗੇ ਰੱਖਾਂ ਇਹ ਚੀਜ਼ਾਂ ਸਾਰੀਆਂ, ਜੋ ਵੀ ਮੇਰੇ ਨਾਲ ਹੋਇਆ। ਤੇ ਉਹ ਕਹਿੰਦੇ ਨੇ ਕਿ ਜੇ ਮੁੱਠੀ ਆ ਬੰਦ, ਉਹ ਲੱਖ ਦੀ ਆ, ਜਦੋਂ ਪਤਾ ਹੀ ਨਹੀਂ ਉਹਦੇ ਵਿੱਚ ਕੀ ਆ। ਤੇ ਮੁੱਠੀ ਖੁੱਲ ਗਈ ਤੇ ਉਹ ਕੱਖ ਦੀ ਆ। ਜੇ ਦੁਨੀਆ ਦੇ ਲੋਕਾਂ ਕੋਲ ਪੰਡ ਖੋਲਦਾ ਤਾਂ ਵੀ ਡੁੱਬਦਾ। ਹੁਣ ਮੈਂ ਅਰਦਾਸ ਕਿਹਦੇ ਅੱਗੇ ਕਰਾਂ?
ਬੰਦ ਮੁੱਠੀ ਲੱਖ ਦੀ, ਖੁੱਲੀ ਮੁੱਠੀ ਕੱਖ ਦੀ। ਹੁਣ ਮੈਂ ਇਹ ਪੰਡ ਕਿਹਦੇ ਅੱਗੇ ਖੋਲਾਂ ਆਪਦੀ? ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਸਿਓ ਕੋਏ। ਜੇ ਮੈਂ ਕਿਸੇ ਅੱਗੇ ਖੋਲਦਾ ਇੱਕ ਦੁੱਖ, ਉਹ ਮੈਨੂੰ 2-3 ਦੁੱਖ ਸੁਣਾਉਂਦਾ, ਹੋਰ ਆਪਦੇ ਸੁਣਾਉਂਦਾ, ਉਹ ਵੀ ਬੰਦਾ ਦੁਖੀ ਆ। ਜਾਂ ਉਹ ਜ਼ਿੰਦਗੀ ਦੇ ਭੇਤ ਲੈ ਕੇ ਤੇ ਮੇਰੀ ਜ਼ਿੰਦਗੀ ਨੂੰ ਖਰਾਬ ਵੀ ਕਰ ਸਕਦਾ। ਹੁਣ ਮੈਂ ਆਪਦੇ ਦੁੱਖ ਕਿਹਦੇ ਅੱਗੇ ਕਹਾਂ? ਤੈਨ ਹੀ ਸੁਣਿਆ ਦੁੱਖ ਸੁੱਖ ਮੇਰਾ, ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ। ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਤੇਰੇ ਅੱਗੇ ਹੀ ਵਾਹਿਗੁਰੂ। ਤੇਰੇ ਅੱਗੇ ਹੀ ਮੈਂ ਦੁੱਖ ਕਿਹਾ ਆਪਦਾ, ਸੁੱਖ ਵੀ ਤੈਨੂੰ ਹੀ ਕਿਹਾ, ਸ਼ੁਕਰਾਨਾ ਵੀ ਤੇਰੇ ਅੱਗੇ ਕੀਤਾ, ਦੁੱਖ 'ਚ ਅਰਦਾਸ ਵੀ ਤੇਰੇ ਅੱਗੇ ਕੀਤੀ ਆ। ਕਿਉਂਕਿ ਤੂੰ ਸੁਣ ਲੈਨਾ, ਤੂੰ ਇਹ ਨਹੀਂ ਕਹਿੰਦਾ ਲੈ ਤੂੰ ਫੇਰ ਆ ਗਿਆ। ਤੇਰੇ ਮੂੰਹੋਂ ਕਦੇ ਨਹੀਂ ਇਹ ਬੋਲ ਸੁਣਨੇ ਸ਼ਬਦ, ਕੋਈ ਵੀ ਇਹੋ ਜਿਹਾ ਨਹੀਂ ਲੈ ਸਿੱਖਾ, ਤੇਰਾ ਨਿੱਤ ਦਾ ਹੀ ਕੰਮ ਆ, ਤੂੰ ਫੇਰ ਆ ਗਿਆ। ਜਿਵੇਂ ਕਿਸੇ ਤੋਂ ਕੁਝ ਮੰਗਣ ਜਾਈਏ, ਇੱਕ ਦਿਨ 2 ਦਿਨ, ਤੀਜੇ ਦਿਨ ਉਹ ਕਹਿ ਦੂਗਾ, ਜੇ ਨਾ ਕਹੂ ਤਾਂ ਮਨ 'ਚ ਹੀ ਕਹੂਗਾ ਵੀ ਲੈ ਤਾਂ ਫੇਰ ਆ ਗਿਆ ਅੱਜ। ਤੂੰ ਨਹੀਂ ਕਦੇ ਇਹ ਗੱਲ ਆਖੀ, ਤੈਨ ਹੀ ਸੁਣਿਆ ਦੁੱਖ ਸੁੱਖ ਮੇਰਾ। ਤੂੰ ਮੇਰਾ ਦੁੱਖ ਵੀ ਸੁਣਿਆ, ਸੁੱਖ ਵੀ ਸੁਣਿਆ। ਤੇ ਹੁਣ ਮੈਨੂੰ ਸਮਝ ਆ ਗਈ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ। ਜਾਂ ਤਾਂ ਗੁਰਸਿੱਖਾਂ ਅੱਗੇ ਆਪਦਾ ਦੁੱਖ ਫੋਲੂੰਗਾ, ਜਾਂ ਆਪਦੇ ਗੁਰੂ ਅੱਗੇ, ਤੀਜੇ ਬੰਦੇ ਅੱਗੇ ਨਹੀਂ। ਤੋ ਬਿਦ ਨੀਕੀ ਖਟਾਨੀ। ਫੇਰ ਐਵੇਂ ਜ਼ਿੰਦਗੀ ਮੇਰੀ ਆ, ਉਹਦੇ ਵਿੱਚੋਂ ਮੈਂ ਨੇਕੀ ਖੱਟੀ ਆ, ਕੁਝ ਭਲਾਈ ਕਮਾਈ ਆ। ਜਦੋਂ ਇਹਨਾਂ ਗੱਲਾਂ ਦੀ ਸਮਝ ਆਈ ਆ, ਅੱਗੇ ਹੈ ਕਿ ਅਰਦਾਸ। ਅਰਦਾਸ ਦੇਖੋ ਛੋਟੀ ਚੀਜ਼ ਨਹੀਂ। ਅੱਜ ਬਹੁਤ ਹੀ ਪਿਆਰੇ ਸ਼ਹੀਦ ਭਾਈ ਮਨੀ ਸਿੰਘ ਜੀ, ਉਹਨਾਂ ਦੀ ਸ਼ਹਾਦਤ ਦਾ ਦਿਹਾੜਾ ਹੈ। ਜਿਨ੍ਹਾਂ ਗੁਰੂ ਦੇ ਅੱਗੇ ਅਰਦਾਸ ਕੀਤੀ, ਬੰਦ ਕਟਵਾਤੇ ਆਪਣੇ। ਭਾਈ ਸਾਹਿਬ ਦੀ ਇਕੱਲਿਆਂ ਦੀ ਗੱਲ ਛੱਡੋ, 52 ਮੈਂਬਰ ਆ ਇਹਨਾਂ ਦੇ ਜਿਹੜੇ ਸ਼ਹੀਦ ਹੋਏ ਆ। ਭਾਈ ਮਨੀ ਸਿੰਘ ਜੀ ਦੇ ਪਰਿਵਾਰ ਵਿੱਚੋਂ 50 ਤੋਂ ਵੱਧ 52 ਇੰਨੇ ਮੈਂਬਰ ਆ ਜਿਨ੍ਹਾਂ ਨੇ ਸ਼ਹੀਦੀ ਪਾਈ ਆ। ਭਾਈ ਮਨੀ ਸਿੰਘ ਜੀ ਹੋਈ ਆ ਉਹ, ਜਿਨ੍ਹਾਂ ਨੇ ਦਮਦਮਾ ਸਾਹਿਬ ਵਾਲੀ ਜਿਹੜੀ ਬੀੜ ਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨੂੰ ਉਚਾਰਿਆ, ਉਹਦੇ ਲਿਖਾਰੀ ਭਾਈ ਮਨੀ ਸਿੰਘ ਜੀ ਹੋਈ ਆ। ਭਾਈ ਮਨੀ ਸਿੰਘ ਜੀ ਹੀ ਨੇ ਜਿਨ੍ਹਾਂ ਨੇ ਸਰਬੱਤ ਖਾਲਸੇ ਨੂੰ ਇਕੱਠਾ ਕਰਕੇ ਉਹਨਾਂ ਨੂੰ ਗੁਰੂ ਦਾ ਉਪਦੇਸ਼ ਦ੍ਰਿੜ ਕਰਵਾਉਣਾ ਚਾਹਿਆ। ਉਹ ਭਾਈ ਮਨੀ ਸਿੰਘ ਜੀ ਹੀ ਨੇ। ਜਲਾਦ ਨੂੰ ਕਹਿਣ ਵਾਲੇ, ਪੈਸੇ ਤੂੰ ਪੂਰੇ ਲੈਣਾ ਆਪਦੇ ਮਾਲਕ ਤੋਂ, ਗੁੱਟ ਤੋਂ ਕੱਟਣ ਸਮੇਂ ਕਹਿੰਦੇ ਤੈਨੂੰ ਪਤਾ ਨਹੀਂ ਬੰਦ ਕਿਹਨੂੰ ਕਹਿੰਦੇ ਆ? ਤੈਨੂੰ ਨਹੀਂ ਪਤਾ ਉਂਗਲੀ ਦੇ ਪੋਟੇ ਤੋਂ ਸ਼ੁਰੂ ਹੁੰਦਾ ਬੰਦ, ਤੇ ਤੂੰ ਗੁੱਟ ਤੋਂ ਕੱਟ ਰਿਹਾ। ਇਹ ਕਹਿਣ ਵਾਲੇ ਭਾਈ ਮਨੀ ਸਿੰਘ ਜੀ ਹੋਈ ਆ। ਅੱਜ ਦੇ ਦਿਨ ਉਹਨਾਂ ਦੀ ਸ਼ਹੀਦੀ ਹੋਈ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਗੁਰਸਿੱਖ ਕੌਣ ਹੁੰਦੇ ਆ? ਜਿਨ੍ਹਾਂ ਦੇ ਅੰਦਰ ਸਤਿਗੁਰੂ ਜੀ ਵਰਤਦੇ ਆ। ਗੁਰਸਿੱਖ ਕੌਣ ਹੁੰਦੇ ਆ? ਕੀ ਕੇਵਲ ਬਾਣਾ ਪਾਉਣ ਨਾਲ ਕੋਈ ਗੁਰਸਿੱਖ ਬਣ ਸਕਦਾ ਹੈ? ਗੁਰਸਿੱਖ ਹੁੰਦੇ ਕੌਣ ਆ? ਜਿਨ੍ਹਾਂ ਅੰਦਰ ਸਤਿਗੁਰ ਵਰਤੈ, ਜਿਨ੍ਹਾਂ ਤੇ ਸੁਭਾਅ ਤੇ ਗੁਰੂ ਦੇ ਸੁਭਾਅ 'ਚ ਕੋਈ ਫਰਕ ਨਹੀਂ ਹੁੰਦਾ, ਉਹ ਗੁਰਸਿੱਖ ਹੁੰਦੇ ਆ। ਬਾਕੀ ਗੁਰਸਿੱਖ ਹੋਣ ਦੀ ਕੋਸ਼ਿਸ਼ ਹੋ ਸਕਦੀ ਆ, 5 ਕੱਕੇ ਪਾ ਕੇ ਨਿੱਤ ਕੋਸ਼ਿਸ਼ ਹੋ ਸਕਦੀ ਮੈਂ ਆਪਦੇ ਗੁਰੂ ਜੈਸਾ ਸੁਭਾਅ ਬਣਾਵਾਂ। ਹੁਣ ਜਿਹੜੀ ਇੱਥੇ ਅਰਦਾਸ ਦੀ ਗੱਲ ਹੋ ਰਹੀ ਆ ਅੱਜ ਦੇ ਹੁਕਮਨਾਮੇ 'ਚ, ਅਰਦਾਸ ਜੀ ਕੀ ਏਕੈ ਹੀ ਪੈਮਾਨੀ। ਜਿਹੜੀ ਜਿੰਦ ਦੀ ਅਰਦਾਸ ਆ, ਰੂਹ ਦੀ ਅਰਦਾਸ ਆ, ਬੋਲਾਂ ਦੀ ਅਰਦਾਸ ਆ, ਉਹੀ ਮਾਲਕ ਅੱਗੇ ਚੱਲਦੀ ਆ, ਹੁਕਮ ਨਹੀਂ ਚੱਲਦਾ।
ਜੇ ਤੁਸੀਂ ਗੁਰੂ ਅੱਗੇ ਕੁਝ ਕਹਿਣਾ ਚਾਹੁੰਦੇ ਹੋ, ਉਹ ਇੱਕ ਹੀ ਚੀਜ਼ ਆ, ਅਰਦਾਸ। ਬਸ ਹੋਰ ਨਹੀਂ ਤੁਸੀਂ ਕੁਝ ਕਰ ਸਕੋਗੇ ਇਦੋਂ ਇਲਾਵਾ। ਜੇ ਕਰੋਗੇ, ਲੋਕ ਕਰਦੇ ਆ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿਲ ਤਿਲ ਨਹੀਂ ਕੀਮਤ ਜਾਨੀ। ਤਿਲ ਜਿੰਨੀ ਵੀ ਉਹਦੀ ਕੀਮਤ ਨਹੀਂ ਹੈਗੀ, ਤਿਲ ਜਿੰਨੀ। ਤਿਲ ਨੂੰ ਕਦੇ ਤਲੀ ਤੇ ਰੱਖ ਕੇ ਦੇਖਿਓ, ਇੰਨੀ ਵੀ ਕੀਮਤ ਨਹੀਂ ਇਹਨਾਂ ਕੰਮਾਂ ਦੀ, ਇੰਨੀ ਵੀ। ਹੁਣ ਤੁਸੀਂ ਆਪੇ ਹੀ ਇਹ ਚੀਜ਼ਾਂ ਨੂੰ ਸਮਝੋ ਕਿ ਸਿੱਖਾਂ ਕੋਲ ਤਾਂ ਅਰਦਾਸ ਹੀ ਆ, ਹੋਰ ਸਾਡੇ ਕੋਲ ਕੁਝ ਨਹੀਂ ਹੈਗਾ। ਪਰ ਜਿਹਦੇ ਕੋਲ ਅਰਦਾਸ ਆ, ਉਹਦੇ ਕੋਲ ਭਾਵੇਂ ਦੁਨੀਆ ਦੀ ਹੋਰ ਕੋਈ ਚੀਜ਼ ਨਹੀਂ, ਉਹਦੇ ਕੋਲ ਸਭ ਕੁਝ ਆ। ਜਿਹਨੂੰ ਅਰਦਾਸ ਕਰਨੀ ਆ ਗਈ, ਸਮਝ ਲਓ ਉਹ ਰੱਬ ਦੇ ਬਹੁਤ ਨੇੜੇ ਆ, ਉਹਦੇ ਤਾਲੁਕਾਤ ਬਣ ਗਏ ਰੱਬ ਨਾਲ। ਅਰਦਾਸ ਕਿਵੇਂ ਕਰੀਏ, ਆਓ ਆਪਾਂ ਸਿੱਖੀਏ ਅੱਜ ਕਿ ਅਰਦਾਸ ਕੀ ਹੁੰਦੀ, ਕੀ ਹੈ ਅਰਦਾਸ। ਗੁਰੂ ਕੋਲੇ ਆਉਂਦੇ ਆ, ਗੁਰੂ ਕੋਲੇ ਆਉਂਦੇ ਆ, ਗੁਰਦੁਆਰਾ ਸਾਹਿਬ ਆਉਂਦੇ ਆ, ਮਸੀਤ ਆ, ਮੰਦਰ ਆ, ਚਰਚ ਆ, ਗਿਰਜੇ ਘਰ ਆ, ਬਹੁਤ ਕੁਝ ਆ, 5 ਤਖ਼ਤ ਨੇ। ਜੇ ਤੁਸੀਂ ਕਿਸੇ ਧਾਰਮਿਕ ਸਥਾਨ 'ਤੇ ਨਹੀਂ ਜਾਂਦੇ, ਰੱਬ ਨੂੰ ਇਹ ਗੱਲ ਦਾ ਇੰਨਾ ਦੁੱਖ ਨਹੀਂ ਹੁੰਦਾ ਜਿੰਨਾ ਇਹ ਗੱਲ ਦਾ ਸਾਧੂ ਸੰਤ ਦੁੱਖ ਮਨਾਉਂਦੇ ਆ ਕਿ ਬੰਦਾ ਜਾਂਦਾ ਗੁਰੂ ਘਰੇ ਆ, ਪਰ ਰੱਬ ਤੋਂ ਕੁਝ ਹੋਰ ਹੀ ਮੰਗੀ ਜਾਂਦਾ, ਉਹਨੂੰ ਛੱਡ ਕੇ। ਕਿਸੇ ਧਾਰਮਿਕ ਸਥਾਨ 'ਤੇ ਜਾਣਾ ਬਹੁਤ ਚੰਗੀ ਗੱਲ ਆ, ਪਰ ਜੇ ਤੁਸੀਂ ਉੱਥੇ ਜਾ ਕੇ ਵੀ ਕੁਝ ਹੋਰ ਮੰਗ ਰਹੇ ਹੋ, ਉਹਨੂੰ ਛੱਡ ਕੇ ਕੁਝ ਹੋਰ ਮੰਗੀ ਜਾ ਰਹੇ ਹੋ, ਫਿਰ ਇਹ ਬਹੁਤ ਮਾੜਾ। ਇਹ ਗੁਰੂ ਅਰਜਨ ਦੇਵ ਜੀ ਦੇ ਬਚਨ ਆ। ਇੱਕ ਸੰਤ ਸੀਗੇ ਮਹਾਂਪੁਰਖ ਕੋਈ, ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਉਚਾਈਆਂ ਨੇ, ਉਹਨਾਂ ਨੂੰ ਕਿਹਾ ਹੀ ਨਹੀਂ ਜਾ ਸਕਦਾ, ਇੰਨੇ ਉੱਚੇ ਆ। ਕਹਿਣ ਲੱਗੇ ਕਿ ਦੁਨੀਆ ਦੇ ਲੋਕ ਜਦੋਂ ਵੀ ਧਾਰਮਿਕ ਸਥਾਨ 'ਤੇ ਜਾਂਦੇ ਆ, ਇੱਕ ਤਾਂ ਇਹ ਹੁੰਦਾ ਕਿ ਵਾਹਿਗੁਰੂ ਜਿਹੜਾ ਹੈ, ਅਕਾਲ ਪੁਰਖ ਜਿਹੜਾ ਹੈ, ਉਹਦੀ ਖਾਤਰ ਸਾਰੀਆਂ ਚੀਜ਼ਾਂ ਨੂੰ ਛੱਡਣਾ, ਗੁਰਦੁਆਰਾ ਸਾਹਿਬ ਆ ਕੇ ਬਾਕੀ ਚੀਜ਼ਾਂ ਨਹੀਂ ਮੰਗਣੀਆਂ, ਗੁਰੂ ਤੋਂ ਗੁਰੂ ਨੂੰ ਮੰਗਣਾ। ਇੱਕ ਇਹ ਹੁੰਦਾ ਸਾਰੀਆਂ ਚੀਜ਼ਾਂ ਮੰਗਣੀਆਂ ਗੁਰੂ ਤੋਂ ਗੁਰੂ ਨੂੰ ਛੱਡ ਕੇ, 2 ਚੀਜ਼ਾਂ ਬਣ ਜਾਂਦੀਆਂ। ਮੈਂ ਗੁਰਦੁਆਰੇ ਆਇਆ, ਮੈਂ ਹੱਥ ਜੋੜੇ ਜਾਂ ਮੈਂ ਹੱਥ ਜੋੜਦੀ ਹਾਂ, ਮੈਂ ਅਰਦਾਸ ਕੀਤੀ, ਇਹ ਦੇ, ਉਹ ਦੇ, ਆਹ ਦੇ, ਆਰਡਰ ਕੀਤਾ ਗੁਰੂ ਨੂੰ, ਭਾਵ ਕੀ ਹੁਕਮ ਕੀਤਾ ਗੁਰੂ 'ਤੇ। ਇਹ ਨਹੀਂ ਚੱਲਦਾ। ਗੁਰੂ ਸਾਹਮਣੇ ਜੱਜ ਬਣ ਕੇ ਕੰਮ ਨਹੀਂ ਚੱਲਦਾ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿਲ ਤਿਲ ਨਹੀਂ ਕੀਮਤ ਜਾਨੀ। ਤਿਲ ਜਿੰਨੀ ਵੀ ਕੀਮਤ ਨਹੀਂ। ਤਿਲ ਕਦੇ ਤਲੀ ਤੇ ਰੱਖ ਕੇ ਤਾਂ ਵੇਖਿਓ, ਤਿਲ ਇਹਨਾਂ ਵੀ ਇਹਨਾਂ ਗੱਲਾਂ ਦਾ ਮੁੱਲ ਨਹੀਂ। ਤਿਲ ਨਹੀਂ ਕੀਮਤ ਜਾਨੀ। ਕਰੀਏ ਫਿਰ ਕੀ, ਜੀ ਕੀ ਏਕ ਹੀ ਪੈਮਾਨੀ। ਬਸ ਗੁਰੂ ਅੱਗੇ ਇੱਕ ਚੀਜ਼ ਹੀ ਚੱਲਣੀ ਆ, ਉਹ ਅਰਦਾਸ ਆ। ਬਸ ਹੋਰ ਨਹੀਂ ਕੁਝ ਚੱਲਦਾ। ਅਰਦਾਸ ਵੀ ਜੇ ਕਰਨੀ ਆ ਗਈ ਤਾਂ ਤੂੰ ਕਰਾ ਲਈ, ਤੂੰ ਵਾਹ ਹੈ। ਮੈਨੂੰ ਨਹੀਂ ਕਰਨੀ ਆਉਂਦੀ ਅਰਦਾਸ, ਮੈਂ ਤਾਂ ਕੁਝ ਹੋਰ ਹੀ ਮੰਗ ਲੈਣਾ। ਮੈਂ ਤਾਂ ਆਹੀ ਮਾਇਕ ਪਦਾਰਥ ਮੰਗ ਲੈਣੇ ਆ। ਮੈਂ ਤਾਂ ਉਹ ਚੀਜ਼ਾਂ ਮੰਗ ਲੈਣੀਆਂ ਜਿਹੜੀਆਂ ਸਕਿੰਟ 'ਚ ਬਗਾਨੀਆਂ ਹੋ ਸਕਦੀਆਂ। ਮੈਂ ਇੰਨਾ ਮੂਰਖ ਬੰਦਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਤੂੰ ਬਹੁਤ ਸਿਆਣਾ, ਤੂੰ ਵਾਹ ਹੈ ਬਹੁਤ ਸਿਆਣਾ। ਕਿਸੇ ਲਿਖਾਰੀ ਨੇ ਪੁੱਛਿਆ ਵਾਹਿਗੁਰੂ ਨੂੰ, ਰੱਬ ਨੂੰ, ਕਿਤਾਬ ਪੜ੍ਹ ਰਿਹਾ ਸੀ ਇੱਕ ਬਹੁਤ ਸੋਹਣੀ ਆ, ਅੱਲਾ ਉਹਦਾ ਨਾਮ ਆ, ਅੱਲਾ ਵੇ। ਕਿਸੇ ਲਿਖਾਰੀ ਨੇ ਰੱਬ ਨੂੰ ਪੁੱਛਿਆ, ਲਿਖਦਾ ਤੂੰ ਵੀ ਆ, ਲਿਖਦਾ ਮੈਂ ਵੀ ਆ, ਤੇਰੇ ਤੇ ਮੇਰੇ 'ਚ ਫਰਕ ਕੀ ਆ? ਆਵਾਜ਼ ਆਈ ਅੱਲਾ ਦੀ,
ਕਹਿਣ ਲੱਗੇ ਤੂੰ ਤਾਂ ਉਹ ਲਿਖਦਾ ਜੋ ਬੀਤਿਆ ਹੁੰਦਾ, ਬੀਤ ਗਿਆ, ਪਾਸਟ ਜੋ ਤੇਰਾ, ਬੀਤੀਆਂ ਗੱਲਾਂ ਲਿਖਦਾ। ਮੈਂ ਉਹ ਲਿਖਦਾ ਜੋ ਤੇਰੇ ਨਾਲ ਹੋਣਾ। ਅੱਲਾ ਨੇ ਕਿਹਾ ਤੂੰ ਤਾਂ ਉਹ ਲਿਖਦਾ ਨਾ ਜੋ ਤੇਰੇ ਨਾਲ ਹੋ ਗਿਆ। ਆਟੋਬਾਇਓਗ੍ਰਾਫੀ ਆ, ਹੱਡ ਬੀਤੀ ਆ, ਗੱਲਾਂ ਨੇ, ਕੀ ਹੋਇਆ ਸੀ, ਤੂੰ ਸੀ ਲਿਖਦਾ। ਮੈਂ ਕੀ ਹੋਣਾ ਉਹ ਲਿਖਦਾ। ਇਹ ਫਰਕ ਆ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਹੁਣ ਜਿਹਨੂੰ ਅੰਮ੍ਰਿਤ ਰੂਪੀ ਦਾਤ ਮਿਲ ਗਈ ਆ, ਉਹਨੂੰ ਦੱਸੋ ਹੋਰ ਕੀ ਚਾਹੀਦਾ। ਜਿਹੜਾ ਬੰਦਾ ਜਪਜੀ ਸਾਹਿਬ ਦੇ ਅਰਥ ਕਰਕੇ ਪੜ੍ਹਨ ਲੱਗ ਗਿਆ ਬਾਣੀ, ਦੱਸੋ ਉਹਨੂੰ ਹੋਰ ਕੀ ਚਾਹੀਦਾ। ਕੁਝ ਨਹੀਂ ਚਾਹੀਦਾ। ਹਾਂ, ਮਿਲ ਜੇ ਉਹਦੀ ਕਿਰਪਾ, ਪਰ ਹੁਣ ਬਾਕੀ ਚੀਜ਼ਾਂ ਉਹਦੇ ਲਈ ਮਿੱਟੀ ਆ। ਮਿੱਟੀ ਵੀ ਕੁਝ ਹੁੰਦੀ ਆ, ਮਿੱਟੀ ਵੀ ਕੰਮ ਆ ਜਾਂਦੀ ਆ, ਬਹੁਤ ਕੰਮ ਆਉਂਦੀ ਆ, ਇੱਕ ਕੰਮ ਨਹੀਂ ਆਉਂਦੀ। ਉਹਦੇ ਲਈ ਤਾਂ ਸਾਰੀਆਂ ਚੀਜ਼ਾਂ ਹੋ ਕੇ ਵੀ ਨਾ ਕੁਝ ਆ। ਜਿਹਨੂੰ ਜਪਜੀ ਸਾਹਿਬ ਦੀ ਸਮਝ ਆ ਗਈ, ਜਿਹਨੇ ਉਹਦੇ ਅਰਥ ਪੜ੍ਹਨੇ ਸ਼ੁਰੂ ਕੀਤੇ, ਫਿਰ ਉਹਦਾ ਹੁੰਦਾ ਕੀ ਆ, ਉਹਨੂੰ ਮਿਲਦਾ ਕੀ ਆ। ਡਿਗੈ ਨਾ ਡੋਲੇ, ਕਦੇ ਨਹੀਂ ਡੋਲਦਾ। ਅੱਜ ਸ਼ਹੀਦ ਭਾਈ ਮਣੀ ਸਿੰਘ ਜੀ, ਉਹਨਾਂ ਦਾ ਦਿਹਾੜਾ ਸ਼ਹੀਦੀ ਦਾ, ਉਹਨਾਂ ਬਾਰੇ ਆਪਾਂ ਜ਼ਿਕਰ ਕਰਾਂਗੇ ਕੁਝ ਸਮਾਂ। ਡਿਗੈ ਨਾ ਡੋਲੇ ਪੰਕਤੀ ਉਹਨਾਂ ਲਈ ਆ। ਦ੍ਰਿੜ ਕਰ ਰਹਿਓ, ਉਹ ਨਹੀਂ ਡਿੱਗਦਾ ਗੁਰਸਿੱਖ, ਉਹ ਨਹੀਂ ਡੋਲਦਾ। 52 ਮੈਂਬਰ ਆ ਇਹਨਾਂ ਦੇ ਸ਼ਹੀਦ ਹੋਏ, ਭਾਈ ਮਣੀ ਸਿੰਘ ਜੀ ਦੇ ਪਰਿਵਾਰ ਦੇ, 50 ਤੋਂ ਵੱਧ। ਇਹ ਨਹੀਂ ਡੋਲਣ ਵਾਲੇ। ਪੂਰਨ ਹੋਏ ਤ੍ਰਿਪਤਾਨੀ, ਪੂਰਨ ਹੋ ਗਏ। ਪੂਰੇ ਹੋ ਕਿਵੇਂ ਗਏ? ਪੂਰੇ ਹੋ ਗਏ ਪੂਰੇ ਨਾਲ ਜੁੜ ਕੇ। ਪੂਰੇ ਹੋ ਕਿਵੇਂ ਗਏ? ਕਿਹੜੀ ਵਿਧੀ ਅਪਣਾਈ? ਯਾਦ ਪ੍ਰੀਤ ਅੰਦਰ ਯਾਦ ਕਿਹਦੀ ਚੱਲਦੀ ਸੀ? ਗੁਰੂ ਗੋਬਿੰਦ ਸਿੰਘ ਜੀ ਦੀ ਚੱਲਦੀ ਸੀ, ਹੋਰ ਨਹੀਂ ਸੀ ਚੱਲਦੀਆਂ, ਤਾਂ ਪੂਰੇ ਹੋ ਗਏ। ਓਏ ਜੋ ਬੀਚ ਹਮ ਤੁਮ ਕਸ਼ ਹੋਤੇ, ਛੋਟੀਆਂ ਲੜਾਈਆਂ ਮੁੱਕ ਗਈਆਂ। ਤਿੰਨ ਕੀ ਬਾਤ ਬਿਲਾਨੀ, ਬਹੁਤ ਸੋਹਣੀ ਜ਼ਿੰਦਗੀ ਬਣੀ। ਅਲੰਕਾਰ ਮਿਲ ਥੈਲੀ ਹੋਈ ਹੈ, ਪਤਾ ਲੱਗ ਗਿਆ ਗਹਿਣੇ ਸੋਨਾ ਇੱਕ ਚੀਜ਼ ਹੀ ਹੁੰਦੀ ਆ। ਤਾਤੇ ਕਨਕ ਬਖਾਨੀ, ਅਲੰਕਾਰ ਮਿਲ ਥੈਲੀ ਹੋਈ ਹੈ। ਤਾਤੇ ਕਨਕ ਬਖਾਨੀ, ਕਨਕ ਕਹਿੰਦੇ ਆ ਸੋਨੇ ਨੂੰ, ਅਲੰਕਾਰ ਕਹਿੰਦੇ ਆ ਗਹਿਣਿਆਂ ਨੂੰ। ਮਿਲ ਥੈਲੀ ਹੋਈ ਹੈ, ਢੇਲੀ ਨੂੰ, ਸੋਨੇ ਦੀ ਢੇਲੀ। ਹੁਣ ਸੋਨੇ ਦੀ ਢੇਲੀ ਤੇ ਸੋਨੇ ਦੇ ਗਹਿਣੇ, ਫਰਕ ਕੋਈ ਨਹੀਂ। ਵੈਸੇ ਫਰਕ ਹੈਗਾ ਵੀ ਆ, ਉਹ ਕੀ ਆ ਵੀ ਉਹ ਤੋਂ ਘੜੇ ਗਏ ਆ, ਹੈਗੇ ਉਹ ਸੋਨਾ ਹੀ ਆ। ਦੁਨੀਆ ਰੱਬ, ਰੱਬ ਦੁਨੀਆ। ਜੀ ਮੈਂ ਪਿਓ ਵਸੈ, ਪੀ ਮੈਂ ਵਸੈ ਕੇ ਜਿਓ। ਜਿਓ ਪਿਓ ਬੂਝੋ ਨਹੀਂ, ਘਟ ਮੈਂ ਜਿਓ ਕਿ ਪਿਓ। ਕਬੀਰ ਜੀ, ਰੱਬ ਆਤਮਾ 'ਚ ਰਹਿੰਦਾ ਕਿ ਆਤਮਾ ਰੱਬ 'ਚ ਰਹਿੰਦੀ ਹੈ? ਸੰਸਾਰ ਰੱਬ 'ਚ ਰਹਿ ਰਿਹਾ ਕਿ ਰੱਬ ਸੰਸਾਰ 'ਚ ਰਹਿ ਰਿਹਾ? ਪਰ ਉਹ ਕਹਿ ਰਹੇ ਆ ਸਾਰੇ ਉਹਦੇ ਆ, ਉਹ ਸਾਰਿਆਂ ਦਾ ਵਾ। ਤੇ ਇਹ ਚੀਜ਼ ਦੀ ਸਮਝ ਆ ਗਈ। ਸੋਨਾ ਸੋਨੇ ਤੋਂ ਬਣੇ ਗਹਿਣੇ ਇੱਕ ਚੀਜ਼ ਹੀ ਆ, ਕੋਈ ਫਰਕ ਨਹੀਂ। ਹਾਂ, ਉਹਨਾਂ ਦੀ ਸ਼ੇਪ ਵੱਖਰੀ ਵੱਖਰੀ ਆ, ਚਮੜੀ ਵੱਖਰੀ ਵੱਖਰੀ ਆ, ਕਿਸੇ ਦੀ ਜਰਦੀ ਮੈਲ ਆ, ਕੋਈ ਸਾਂਵਲਾ, ਕੋਈ ਗੋਰਾ, ਸਾਰੇ ਉਹਦੇ ਆ, ਉਹ ਸਾਰਿਆਂ ਦਾ ਵਾ। ਇਹ ਚੀਜ਼ ਦੀ ਸਮਝ ਆਈ ਆ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਹੁਣ ਜਦੋਂ ਗੁਰਸਿੱਖ ਦੇ ਅੰਦਰ ਜੋਤ ਹੀ ਉਹਦੀ ਵਰਤ ਗਈ, ਸਹਿਜ ਤਾਂ ਆਉਣਾ ਹੀ ਸੀ, ਸਬਰ ਵੀ ਆਉਣਾ ਸੀ ਤੇ ਰਸ ਵੀ ਆਉਣਾ ਸੀ। ਹੁਣ ਕਹੋ ਨਾਨਕ, ਅਖੀਰਲੀ ਪੰਕਤੀ ਆ, ਨਿਹ ਚਲ ਕਰ ਬਾਧਿਓ, ਮਾਤੈਰਨ ਵਰਗੀ ਹੋ ਗਈ। ਹਥੌੜੇ ਵੱਜ ਰਹੇ ਆ, ਉਹ ਨਹੀਂ ਹਿਲਦਾ ਹੁਣ। ਕਹੋ ਨਾਨਕ ਨਿਹ ਚਲ ਕਰ ਬਾਧਿਓ, ਗੁਰ ਕੀ ਓ ਬੰਧਾਨੀ। ਮਾਤੈਰਨ ਵਰਗੀ ਹੋ ਗਈ, ਹਥੌੜੇ ਵੱਜ ਰਹੇ ਆ। ਜ਼ਕਰੀਆ ਖਾਨ ਕਹਿ ਰਿਹਾ ਭਾਈ ਮਨੀ ਸਿੰਘ ਜੀ ਨੂੰ, ਮੁਸਲਮਾਨ ਹੋ ਜਾ, ਇਸਲਾਮ ਕਬੂਲ ਕਰ ਲਾ, ਜਾਂ ਟੈਕਸ ਦੇ 5000 ਰੁਪਈਆ ਤੇ ਨਹੀਂ ਮਾਰ ਦਾਂਗੇ ਤੈਨੂੰ। ਉਹ ਨਹੀਂ, ਫਿਰ ਉਹ ਕਹਿੰਦੇ ਇਹ ਮਨਜ਼ੂਰ ਆ, ਮਾਰ ਦੋ, ਪਰ ਤੇਰੀ ਨਹੀਂ ਮੰਨਣੀ। ਅਹਰਣ ਮਤ ਵੇਦ ਹਥਿਆਰ, ਹੋਈ ਮਤ ਕਿਵੇਂ? ਗਿਆਨ ਦਾ ਹਥੌੜਾ ਵੱਜਦਾ ਸੀ ਰੋਜ਼। ਗੁਰੂ ਗੋਬਿੰਦ ਸਿੰਘ ਜੀ ਕੋਲ ਰਹੇ ਆ ਭਾਈ ਮਣੀ ਸਿੰਘ ਜੀ, ਲਿਖਾਰੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ। ਗੁਰ ਕੀ ਓ ਬੰਧਾਨੀ, ਗੁਰੂ ਨੇ ਬੰਧਨ ਕੱਟੇ ਆ।
ਤੇ ਲਾਹੌਰ ਵਿੱਚ ਰਹਿਣ ਵਾਲਾ ਇਤਿਹਾਸ ਬਾਰੇ ਆਓ ਆਪਾਂ ਜਾਣੀਏ। ਭਾਈ ਮਣੀ ਸਿੰਘ ਜੀ ਬਾਰੇ ਅੱਜ ਦੇ ਦਿਨ ਉਹਨਾਂ ਦੀ ਸ਼ਹੀਦੀ ਹੋਈ ਹੈ। 1734 ਈਸਵੀ ਦੀ ਇਹ ਗੱਲ। ਲਾਹੌਰ ਦਾ ਸੂਬੇਦਾਰ ਸੀ, ਜ਼ਕਰੀਆ ਖਾਨ ਉਹਦਾ ਨਾਮ ਸੀ। ਸਿੰਘਾਂ ਨਾਲ ਉਹਦੀ ਬਿਲਕੁਲ ਵੀ ਨਹੀਂ ਸੀ ਬਣਦੀ, ਬਿਲਕੁਲ ਵੀ ਦੇਖਣਾ ਨਹੀਂ ਸੀ ਚਾਹੁੰਦਾ ਸੀ ਸਾਰੇ ਮੁਸਲਮਾਨ ਹੀ ਹੋਣ ਬਸ ਧਰਤੀ 'ਤੇ, ਹੋਰ ਬੰਦੇ ਨਹੀਂ ਹੁੰਦੇ। ਮੁਸਲਮਾਨ ਜਿਹੜੇ ਬਣ ਜਾਂਦੇ ਆ ਉਹੀ ਬੰਦੇ ਹੁੰਦੇ ਆ। ਨਫ਼ਰਤ ਸੀਗੀ ਪੈਦਾ ਹੋ ਗਈ। ਅਤੇ ਉਦੋਂ ਫਿਰ ਖਾਲਸੇ ਨੂੰ ਫਿਰ ਕਿੱਥੇ ਰਹਿਣਾ ਪਿਆ? ਘੋੜਿਆਂ ਦੀਆਂ ਕਾਠੀਆਂ 'ਤੇ ਜੰਗਲਾਂ ਦੇ ਵਿੱਚ ਰਹਿਣਾ ਪਿਆ। ਭਾਈ ਮਣੀ ਸਿੰਘ ਜੀ ਦੇ ਦਿਲ 'ਚ ਆ ਗਈ ਗੱਲ, ਪਿਆਰ ਬਹੁਤ ਸੀ ਸੰਗਤ ਨਾਲ, ਕਿ ਦੀਵਾਲੀ ਦਾ ਤਾਂ ਮੇਲਾ ਹੀ ਨਹੀਂ ਜੁੜਿਆ। ਸੰਗਤ ਮੇਲਾ, ਦੂਜਾ ਮੇਲਾ ਨਹੀਂ, ਸਾਧ ਸੰਗਤ ਵਾਲਾ ਮੇਲਾ ਹੀ ਨਹੀਂ ਲੱਗਿਆ, ਸੰਗਤ ਹੀ ਨਹੀਂ ਹੋ ਪਾ ਰਹੀ। ਕਹਿੰਦੇ ਚਲੋ ਜਾ ਕੇ ਸਰਕਾਰ ਨੂੰ ਕਹਿ ਦਈਏ ਵੀ ਟੈਕਸ ਦੇ ਦਾਂਗੇ 5000 ਰੁਪਈਆ। ਉਹਨਾਂ ਜ਼ਮਾਨੇ ਦਾ ਕਿਸੇ ਨੇ, ਕਵੀ ਨੇ, ਕਿਸੇ ਨੇ ਲੇਖਕ ਨੇ 10,000 ਲਿਖਿਆ, ਕਿਸੇ ਨੇ 5,000, ਮਤਲਬ ਕਿ ਉਹਨਾਂ ਨੇ ਟੈਕਸ ਦੇਣਾ ਮੰਨ ਲਿਆ। ਜੇ ਸਾਡੇ ਸਿੱਖਾਂ ਨੂੰ ਤੁਸੀਂ ਇਕੱਠ ਕਰਨ ਦਿੰਦੇ ਹੋ ਦੀਵਾਲੀ 'ਤੇ, ਅੰਮ੍ਰਿਤਸਰ ਸਿਫਤੀ ਦਾ ਘਰ 5000 ਰੁਪਈਆ ਜਾਂ 10,000, ਦੋ ਚੀਜ਼ਾਂ ਮਿਲਦੀਆਂ, ਇਹ ਕੋਈ ਵੀ ਤੁਹਾਨੂੰ ਮਿਲ ਸਕਦੀ ਹੈ। ਕਿਸੇ ਕਿਤਾਬ 'ਚ 5000 ਲਿਖਿਆ, ਕਿਸੇ 'ਚ 10,000, ਅਤੇ ਇਹ ਅਸੀਂ ਟੈਕਸ ਦੇਣ ਨੂੰ ਰਾਜ਼ੀ ਹਾਂ। ਜ਼ਕਰੀਆ ਖਾਨ ਪਹਿਲਾਂ ਮੰਨਿਆ ਨਹੀਂ, ਕਹਿੰਦਾ ਨਹੀਂ ਇਹ ਨਹੀਂ ਹੋ ਸਕਦਾ। ਫਿਰ ਕਿਸੇ ਨੇ ਆ ਕੇ ਕਿਹਾ ਕਿ ਤੂੰ ਪਾਗਲ, ਆਪਾਂ ਇਹਨਾਂ ਨੂੰ ਲੱਭ ਕੇ ਮਾਰਾਂਗੇ, ਇਦੋਂ ਇਹ ਬਿਹਤਰ ਨਹੀਂ ਇਕੱਠ ਕਰ ਲੈਣ ਅਤੇ ਆਪਾਂ ਫਿਰ ਇਹਨਾਂ ਨੂੰ ਮਾਰ ਦਈਏ। ਸਾਜ਼ਿਸ਼ ਬਣਾ ਲਈ। ਫਿਰ ਉਹਨੇ ਲਾਲਚ ਆ ਗਿਆ, ਮਨ 'ਚ ਗਲਤ ਫੁਰਨੇ ਹੋ ਗਏ ਵੀ ਇਹਨਾਂ ਨੂੰ ਇਕੱਠੇ ਪਹਿਲਾਂ ਕਰ ਲਾਂਗੇ, ਚਲੋ ਮਾਰ ਦਾਂਗੇ ਇਕੱਠੇ ਜਦੋਂ ਹੋਣਗੇ। ਫਿਰ ਉਹਨੇ ਹਾਂ ਕਰਤੀ। ਭਾਈ ਮਣੀ ਸਿੰਘ ਜੀ ਗਏ ਸਿੱਖਾਂ ਨੂੰ ਲੈ ਕੇ, 5000 ਰੁਪਈਆ ਦੇਣਾ ਮੰਨ ਲਿਆ, ਚਲੋ ਇਵੇਂ ਸਮਝ ਲਓ, ਚਾਹੇ 10,000 ਲਾ ਲਓ, ਚਾਹੇ 5000 ਲਾ ਲਓ, ਇੰਨਾ ਟੈਕਸ ਭਰਨਾ ਸੀ। ਜੇ ਮੇਲਾ ਇਕੱਠਾ ਹੁੰਦਾ ਫੇਰ ਭਾਈ ਮਣੀ ਸਿੰਘ ਜੀ ਨੇ ਚਿੱਠੀਆਂ ਲਿਖੀਆਂ ਸਭ ਨੂੰ, ਗੁਰਸਿੱਖਾਂ ਨੂੰ, ਕਿ ਆਓ ਜੀ ਦੀਵਾਲੀ 'ਤੇ ਆਪਾਂ ਸਾਧ ਸੰਗਤ ਵਿੱਚ ਜੁੜੀਏ, ਸਰਬੱਤ ਖਾਲਸੇ ਨੂੰ ਇਕੱਠਾ ਕਰੀਏ, ਗੁਰੂ ਦੀਆਂ ਗੱਲਾਂ ਕਰਾਂਗੇ। ਦੀਵਾਲੀ 'ਤੇ ਇਹੀ ਹੁੰਦਾ, ਹੋਰ ਤਿਉਹਾਰ ਗੁਰਸਿੱਖ ਕਿਵੇਂ ਮਨਾਉਂਦੇ ਆ? ਕੀਰਤਨ ਕਰਕੇ, ਬਾਣੀ ਪੜ੍ਹ ਕੇ, ਜਾਂ ਉਹਦੇ ਸ਼ਬਦ ਦੀ ਵਿਚਾਰ ਕਰਕੇ। ਇਹਨਾਂ ਨੇ ਚਿੱਠੀਆਂ ਲਿਖੀਆਂ ਅਤੇ ਸਾਰੇ ਤਿਆਰ ਹੋ ਗਏ, ਤੁਰ ਪਏ ਘਰਾਂ ਤੋਂ। ਪੁਰਾਣਾ ਜ਼ਮਾਨਾ। ਫਿਰ ਕੋਈ ਗੁਰਸਿੱਖ ਆਇਆ, ਉਹ ਕਹਿਣ ਲੱਗੇ ਭਾਈ ਸਾਹਿਬ ਜੀ ਇਹ ਤਾਂ ਇੱਕ ਸਾਜ਼ਿਸ਼ ਆ, ਜੇ ਤੁਸੀਂ ਇਕੱਠੇ ਹੋ ਗਏ ਨਾ, ਜ਼ਕਰੀਏ ਖਾਨ ਨੇ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ, ਖਾਲਸੇ ਦਾ ਨੁਕਸਾਨ ਨਾ ਹੋ ਜੇ। ਭਾਈ ਮਣੀ ਸਿੰਘ ਨੂੰ ਗੱਲਾਂ ਯਾਦ ਆ ਗਈਆਂ, ਜਦੋਂ ਪਹਿਲਾਂ ਵੀ ਇਹਨਾਂ ਨੇ ਝੂਠੀਆਂ ਸਹੁੰਆਂ ਖਾਧੀਆਂ ਕੁਰਾਨ ਦੀਆਂ। ਗੁਰੂ ਗੋਬਿੰਦ ਸਿੰਘ ਜੀ ਨਾਲ ਜੋ ਹੋਈ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ, ਜੋ ਸਰਸਾ ਕਿਨਾਰੇ ਹੋਇਆ, ਸਾਰੀਆਂ ਗੱਲਾਂ ਯਾਦ ਆ ਗਈਆਂ। ਕਹਿੰਦੇ ਵਾਕਈ ਹੋ ਸਕਦਾ, ਜ਼ੁਬਾਨ ਦੇ ਕੱਚੇ ਆ ਇਹ, ਵਾਕਈ ਗੱਲ, ਇਹ ਕਿਤੇ ਘਟਨਾ ਨਾ ਹੋ ਜੇ ਇਹੋ ਜਿਹੀ। ਫਿਰ ਉਹਨਾਂ ਚਿੱਠੀਆਂ ਲਿਖੀਆਂ, ਕਹਿੰਦੇ ਨਹੀਂ, ਸਾਰੇ ਜਿੱਥੇ ਹੈਗੇ ਆ ਨਾ ਉੱਥੋਂ ਹੀ ਮੱਥਾ ਟੇਕ ਕੇ ਪਿੱਛੇ ਮੁੜ ਜਾਓ, ਦਰਬਾਰ ਸਾਹਿਬ ਅੰਮ੍ਰਿਤਸਰ ਨਾ ਆਇਓ। ਜ਼ਕਰੀਏ ਖਾਨ ਦੀ ਸੋਚ ਠੀਕ ਨਹੀਂ, ਉਹ ਨਹੀਂ ਆਏ। ਫਿਰ ਚਿੱਠੀਆਂ ਪੜ੍ਹੀਆਂ। ਹੁਣ ਇਹਨੂੰ ਇਹ ਹੋ ਗਿਆ ਕਿ ਇਕੱਠ ਹੋਇਆ ਨਹੀਂ, ਅਤੇ ਹੁਣ ਇਹਨਾਂ ਨੂੰ ਕਿਸੇ ਹਿਸਾਬ ਨਾਲ ਕਾਬੂ ਕਰੀਏ। ਕਹਿਣ ਲੱਗੇ ਤੁਸੀਂ ਉਹ ਟੈਕਸ ਭਰੋ। ਭਾਈ ਸਾਹਿਬ ਜੀ ਕਹਿੰਦੇ ਇਕੱਠ ਹੀ ਨਹੀਂ ਜਦੋਂ ਹੋਇਆ, ਮੇਲਾ ਹੀ ਨਹੀਂ ਜਦੋਂ ਜੁੜਿਆ, ਸੰਗਤ ਹੀ ਨਹੀਂ ਆਈ, ਅਸੀਂ ਟੈਕਸ ਕਿਵੇਂ ਦਈਏ? ਗੱਲ ਇਹ ਹੋਈ ਸੀ ਮੇਲਾ ਜੁੜੂਗਾ, ਸੰਗਤ ਆਊਗੀ, ਚੜਾਵਾ ਆਊਗਾ, ਉਹਦੇ ਵਿੱਚੋਂ 5000 ਰੁਪਈਆ ਤੁਹਾਨੂੰ ਦੇਵਾਂਗੇ। ਹੁਣ ਟੈਕਸ ਕਾਹਦਾ ਦੇਣਾ? ਕਿਉਂਕਿ ਤੁਹਾਡੀਆਂ ਨੀਤੀਆਂ ਨੇ ਨਹੀਂ ਇਹ ਜੁੜਨ ਦਿੱਤਾ। ਫਿਰ ਉਹ ਕਹਿੰਦੇ ਨਹੀਂ, ਇਹ ਤਾਂ ਦੇਣਾ ਪਊਗਾ। ਜਬਰ ਜਿਹਨੂੰ ਆਪਾਂ ਕਹਿੰਦੇ ਹਾਂ। ਉਹਨਾਂ ਨੇ ਫਿਰ ਭਾਈ ਮਣੀ ਸਿੰਘ ਜੀ ਨੂੰ ਕੈਦ ਕਰ ਲਿਆ, ਲਾਹੌਰ ਲੈ ਗਏ। ਨਾਲ ਇਹਨਾਂ ਦੇ 2 ਗੁਰਸਿੱਖ ਹੋਰ ਸੀ। ਇੱਕ ਗੁਰਸਿੱਖ ਦੀ ਖੱਲ ਉਤਾਰੀ ਗਈ, ਦੂਜੇ ਗੁਰਸਿੱਖ ਨੂੰ ਵੀ ਕੋਹ ਕੇ ਮਾਰਿਆ ਗਿਆ। ਫਿਰ ਇਹਨਾਂ ਦੀ ਵਾਰੀ ਆਈ। ਇਹਨਾਂ ਨੂੰ ਕਹਿਣ ਲੱਗੇ, ਜ਼ਕਰੀਆ ਖਾਨ ਨੂੰ ਕਿਸੇ ਨੇ ਦੱਸਿਆ, ਇਹ ਬਹੁਤ ਪਿਆਰੇ ਸਿੱਖ ਆ ਸਿੱਖਾਂ ਦੇ, ਜੇ ਇਹ ਮੁਸਲਮਾਨ ਬਣ ਜਾਣ ਤਾਂ ਹੋ ਸਕਦਾ ਸਾਰਾ ਖਾਲਸਾ ਹੀ ਪਿੱਛੇ ਬਣ ਜੇ। ਉਹਨਾਂ ਫਿਰ ਸ਼ਰਤਾਂ ਇਹ ਰੱਖੀਆਂ, ਟੈਕਸ ਭਰੋ 5000, ਜਾਂ ਇਸਲਾਮ ਕਬੂਲ ਕਰੋ,
ਤੀਜੀ ਗੱਲ ਇਹ ਆ ਵੀ ਫਿਰ ਮੌਤ ਤਾਂ ਪੱਕੀ ਹੋਈ ਆ। ਇਹ ਉਹਨਾਂ ਦਾ ਰੱਖਿਆ ਸੀ, ਇਹ ਪੈਰਾਮੀਟਰ ਰੱਖੇ ਸੀ। ਜਾਂ ਤਾਂ ਤੁਸੀਂ ਮੁਸਲਮਾਨ ਬਣੋ, ਭਾਈ ਮਣੀ ਸਿੰਘ ਨੂੰ ਕਹਿੰਦੇ, ਜਾਂ ਤੁਸੀਂ ਫਿਰ ਟੈਕਸ ਦਿਓ 5000 ਰੁਪਈਆ ਜਾਂ 10,000 ਸਰਕਾਰ ਦੇ ਖਜ਼ਾਨੇ ਨੂੰ ਭਰੋ, ਨਹੀਂ ਫਿਰ ਮੌਤ ਤਾਂ ਪੱਕੀ ਹੋਈ ਆ। ਉਹ ਕਹਿੰਦੇ ਨਾ ਤਾਂ ਮੈਂ ਮੁਸਲਮਾਨ ਬਣਾ। ਮੁਸਲਮਾਨ ਹੋਣਾ ਕੋਈ ਮਾੜੀ ਗੱਲ ਨਹੀਂ, ਜਿਹੜੇ ਤਰੀਕੇ ਨਾਲ ਤੁਸੀਂ ਬਣਾ ਰਹੇ ਹੋ ਨਾ ਇਵੇਂ ਕਦੇ ਨਹੀਂ ਬਣਦੇ ਅਸੀਂ। ਉਹ ਮੁਸਲਮਾਨਾਂ ਦਾ ਸਤਿਕਾਰ ਆ ਜਿਹੜੇ ਮੋਮ ਦਿਲ ਵਰਗੇ ਆ, ਇਵੇਂ ਨਹੀਂ ਹੋਣਾ। ਦੂਜੀ ਗੱਲ ਕਹਿੰਦੇ ਟੈਕਸ ਕਿਹੜੀ ਗੱਲ ਦਾ ਦਈਏ ਜਦੋਂ ਸੰਗਤ ਹੀ ਨਹੀਂ ਜੁੜੀ, ਜਦੋਂ ਗੱਲ ਹੋਈ ਨਹੀਂ ਉੱਦਾਂ ਦੀ, ਟੈਕਸ ਕਿਵੇਂ ਦਈਏ? ਤੁਸੀਂ ਹੋਣ ਹੀ ਨਹੀਂ ਦਿੱਤੀ, ਇਹ ਵੀ ਨਹੀਂ ਹੋਵੇਗਾ। ਫਿਰ ਉਹ ਕਹਿੰਦੇ ਚਲੋ ਫਿਰ ਤੀਜੀ ਗੱਲ ਇਹ ਮਨਜ਼ੂਰ ਆ, ਇਹ ਮੈਨੂੰ ਕਬੂਲ ਆ। ਬਸ ਉਹੀ ਜੀ ਕੀ ਏਕ ਹੈ ਹੀ ਪੈਮਾਨੀ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਤਾਂ ਉਹ ਭਾਈ ਮਣੀ ਸਿੰਘ ਜੀ ਜਿਨ੍ਹਾਂ ਨੇ ਦਮਦਮਾ ਸਾਹਿਬ ਵਾਲੀ ਬੀੜ ਦੇ ਲਿਖਾਰੀ ਆ, ਜਿਨ੍ਹਾਂ ਦੇ 52 ਮੈਂਬਰ ਸ਼ਹੀਦ ਹੋਏ ਆ, ਸਾਰੇ ਮੈਂਬਰ ਪਰਿਵਾਰ ਦੇ ਪੀੜ੍ਹੀਆਂ 'ਚੋਂ 52 ਜਾਣੇ ਇਹਨਾਂ ਦੇ ਸ਼ਹੀਦ ਹੋਏ ਆ, ਛੋਟੀ ਗੱਲ ਨਹੀਂ ਹੈ। ਫਿਰ ਉਹਨਾਂ ਲਈ ਫਤਵਾ ਕੀ ਲਾਇਆ, ਇਹਨਾਂ ਦੇ ਬੰਦ ਕੱਟੇ ਜਾਣਗੇ, ਇਹਨਾਂ ਨੂੰ ਇਵੇਂ ਸ਼ਹੀਦ ਕੀਤਾ ਜਾਊਗਾ। 1734 ਦਾ ਦਿਨ ਆਇਆ ਈਸਵੀ, 25 ਹਾੜ ਸੀ ਉਦਣ ਸੰਗਤ ਜੀ, ਤੇ ਉਹ ਜਲਾਦ ਆਇਆ ਤੇ ਉਹਨੇ ਭਾਈ ਮਣੀ ਸਿੰਘ ਜੀ ਦੇ ਬੰਦ ਗੁੱਟ ਤੋਂ ਕੱਟਣੇ ਚਾਹੇ। ਉਹ ਕਹਿੰਦੇ ਤਨਖਾਹ ਤੂੰ ਪੂਰੀ ਲੈਣਾ, ਕੰਮ ਤੂੰ ਅੱਧਾ ਹੀ ਕਰਦਾ, ਤੈਨੂੰ ਨਹੀਂ ਪਤਾ ਬੰਦ ਕਿਹਨੂੰ ਕਹਿੰਦੇ ਆ, ਤੂੰ ਗੁੱਟ ਤੋਂ ਵੱਢਣ ਲੱਗਾ, ਛੇਤੀ ਕੰਮ ਨਿਬੇੜਨਾ ਚਾਹੁੰਦਾ, ਕੰਮ ਅੱਧਾ ਕਰਦਾ ਆਪਦੇ ਮਾਲਕ ਦਾ, ਤੈਨੂੰ ਪਤਾ ਨਹੀਂ ਬੰਦ ਕਿਹਨੂੰ ਕਹਿੰਦੇ ਆ, ਪੋਟੇ ਨੂੰ ਬੰਦ ਕਹਿੰਦੇ ਆ, ਇੱਥੋਂ ਕੱਟ। ਤੁਹਾਨੂੰ ਉਹਨਾਂ ਦੇ ਸਟੈਚੂ ਵੀ ਮਿਲ ਜਾਣਗੇ ਇੱਦਾਂ ਦੇ, ਜਿੱਥੇ ਗੁਰਦੁਆਰਾ ਸਾਹਿਬ ਬਣਿਆ ਜਾਂ ਤਸਵੀਰਾਂ ਜਿੱਥੇ ਉਹ ਉਂਗਲੀ ਕਰਕੇ ਉਹਨੂੰ ਦਿਖਾ ਰਹੇ ਆ, ਇੱਥੋਂ ਗੁੱਟ ਤੋਂ ਨਹੀਂ ਬੰਦ ਹੁੰਦਾ, ਇੱਥੋਂ ਬੰਦ ਹੁੰਦਾ, ਪੋਟੇ ਤੋਂ, ਪਹਿਲਾ ਪੋਟਾ ਜਿਹੜਾ, ਇਹਨੂੰ ਬੰਦ ਕਹਿੰਦੇ। ਇਵੇਂ ਉਹਨਾਂ ਸ਼ਹੀਦੀ ਦਿੱਤੀ ਆ। ਇਹ ਕਿੰਨਾਂ ਦੀਆਂ ਗੱਲਾਂ ਨੇ, ਉਹਨਾਂ ਦੀਆਂ ਨੇ ਜਿਨ੍ਹਾਂ ਨੇ ਸਿਰਫ ਉਹ ਤੋਂ ਉਹਨੂੰ ਮੰਗਿਆ, ਕਦੇ ਕੁਝ ਨਾ ਮੰਗਿਆ। ਇਹ ਉਹਨਾਂ ਦੇ, ਤਾਂ ਅੱਜ ਉਹਨਾਂ ਦਾ ਸ਼ਹੀਦੀ ਦਾ ਦਿਹਾੜਾ। ਭਾਈ ਮਣੀ ਸਿੰਘ ਜੀ ਤੇ ਉਹਨਾਂ ਦੇ ਜਿੰਨੇ ਵੀ ਪਰਿਵਾਰ ਦੇ ਮੈਂਬਰ, ਪੀੜ੍ਹੀਆਂ ਦੇ 52 ਮੈਂਬਰ ਸ਼ਹੀਦ ਹੋਏ ਆ, ਸਾਰਿਆਂ ਦੇ ਚਰਨਾਂ 'ਤੇ ਮਸਤਕ ਰੱਖ ਕੇ ਬਸ ਸਜਦਾ ਹੀ ਕਰ ਸਕਦੇ, ਹੋਰ ਨਹੀਂ ਕੁਝ ਕਰ ਸਕਦੇ। ਟੋਟੇ ਹੋ ਕੇ ਕੁਰਬਾਨ ਹੋ ਸਕਦੇ ਆ, ਹੋਰ ਨਹੀਂ ਕੁਝ ਕਰ ਸਕਦੇ ਜੀ। ਗੁਰੂ ਸਾਹਿਬ ਕਿਰਪਾ ਕਰਨ। ਭਾਈ ਮਣੀ ਸਿੰਘ ਦੀ ਸ਼ਾਨ ਬਹੁਤ ਉੱਚੀ ਸੁੱਚੀ ਹੈ ਜੀ, ਬਹੁਤ ਉੱਚੀ ਸੁੱਚੀ। 90 ਸਾਲ ਦੀ ਉਮਰ ਸੀ ਇਹਨਾਂ ਦੀ, ਕੁੱਲ ਜਿਹੜੀ ਉਮਰ ਆ 90 ਸਾਲ ਦੀ ਉਮਰ ਵਿੱਚ ਸ਼ਹੀਦੀ ਪਾਈ ਆ। ਗੁਰੂ ਮਹਾਰਾਜ ਕਿਰਪਾ ਕਰਨ, ਪ੍ਰੀਤ ਬਣ ਜਾਵੇ, ਚਾਹੇ ਬਜ਼ੁਰਗ ਆ, ਚਾਹੇ ਨਿਆਣੇ ਆ, ਚਾਹੇ ਜਵਾਨੀ ਆ, ਕਦੇ ਉਹਦੇ ਨੂੰ ਪ੍ਰੀਤ ਨਾ ਟੁੱਟੇ, ਭੁੱਲ ਚੁੱਕ ਦੀ ਖਿਮਾ ਜੀ। ਗੁਰੂ ਸਾਹਿਬ ਬਖਸ਼ ਲੈਣ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂਠਾ